ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੀ ਜਾ ਸਕਦੀ ਹੈ, ਵੇਚੀ ਵੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਸਭ ਤੋਂ ਵੱਧ ਅਮਰੀਕੀ ਨਾਗਰਿਕ ਬਣੇ ਭਾਰਤ ਸਣੇ 5 ਦੇਸ਼ਾਂ ਦੇ ਲੋਕ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਘਟ ਕੇ 22 ਲੱਖ ਤੇ ਪੁੱਜਿਆ। ਦਿੱਲੀ ਏਅਰਪੋਰਟ ਤੇ ਯਾਤਰੀਆਂ ਦੀ ਵੱਧਦੀ ਭੀੜ ਦਾ ਹੱਲ ਕਰਨ ਦੇ ਲਈ ਹਵਾਈ ਅੱਡੇ ਤੇ ਜਾਰੀ ਕੀਤਾ ਜਾਏਗਾ ਨਵਾਂ ਪਲਾਨ। ਆਸਟ੍ਰੇਲੀਆ ਦੇ ਵਿੱਚ ਮਹਿੰਗੀਆਂ ਟਿਕਟਾਂ, ਸੀਮਤ ਸੀਟਾਂ ਤੇ ਰੱਦ ਹੁੰਦੀਆਂ ਉਡਾਣਾਂ ਤੋਂ ਯਾਤਰੀ ਹੋ ਗਏ ਨੇ ਨਿਰਾਸ਼। ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ। ਅਮਰੀਕਾ ਦੇ ਵਿੱਚ ਡੈਮੋਕ੍ਰੇਟ ਵੋਟਰਾਂ ਦੀ ਰਾਏ ਹੈ ਕਿ 2024 ਦੇ ਵਿੱਚ ਚੋਣ ਨਾ ਲੜਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ। ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਸ਼ਕਤੀਸ਼ਾਲੀ ਬਰਫੀਲੇ ਤੂਫਾਨ ਤੇ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਭਾਰੀ ਬਰਫ਼ਬਾਰੀ ਦੀ ਚੇਤਾਵਨੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਨੇ ਵਿੱਤੀ ਸਾਲ 2022 ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਲਗਭਗ 10 ਲੱਖ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕੀਤੀ ਹੈ। ਪਿਛਲੇ 15 ਸਾਲਾਂ ਦੇ ਦੌਰਾਨ ਅਮਰੀਕੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਇਹ ਸਭ ਤੋਂ ਵੱਧ ਗਿਣਤੀ ਬਣਦੀ ਹੈ। ਸਭ ਤੋਂ ਵੱਧ ਫਾਇਦਾ ਭਾਰਤ ਸਣੇ 5 ਦੇਸ਼ਾਂ ਦੇ ਲੋਕਾਂ ਨੂੰ ਹੋਇਆ ਹੈ, ਕਿਉਂਕਿ ਇਹਨਾਂ ਦੇਸ਼ਾਂ ਦੇ ਲੋਕ ਹੀ ਜ਼ਿਆਦਾਤਰ ਅਮਰੀਕੀ ਨਾਗਰਿਕ ਬਣੇ ਨੇ। ਕੈਨੇਡਾ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 26 ਲੱਖ ਤੋਂ ਘਟ ਕੇ 22 ਲੱਖ ਤੇ ਆ ਗਿਆ ਹੈ। ਇਸ ਦੌਰਾਨ ਸਿਟੀਜ਼ਨਸ਼ਿਪ ਸਣੇ ਬਾਕੀ ਦੀਆਂ ਅਰਜ਼ੀਆਂ ਵਿੱਚ ਭਾਵੇਂ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਪੀਆਰ ਲਈ ਆਈਆਂ ਅਰਜ਼ੀਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਚਲਦਿਆਂ ਇਹ ਮੰਨਿਆ ਜਾ ਸਕਦਾ ਹੈ ਕਿ ਭਾਵੇਂ ਅਰਜ਼ੀਆਂ ਦੇ ਬੈਕਲੌਗ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਪਰ ਇਸ ਦੀ ਗਤੀ ਥੋੜੀ ਹੌਲੀ ਚੱਲ ਰਹੀ ਹੈ, ਜਿਸ ਦੇ ਚਲਦਿਆਂ ਇਹਨਾਂ ਅਰਜ਼ੀਆਂ ਦੇ ਸਾਰੇ ਬੈਕਲੌਗ ਨਾਲ ਨਜਿੱਠਣ ਦੇ ਲਈ ਕਾਫੀ ਸਮਾਂ ਲੱਗ ਸਕਦਾ ਹੈ। ਪਰ ਇਮੀਗ੍ਰੇਸ਼ਨ ਵਿਭਾਗ ਬੈਕਲੌਗ ਨੂੰ ਘਟਾਉਣ ਦੇ ਆਪਣੇ ਟੀਚੇ ਨੂੰ ਸਰ ਕਰਨ ਦੇ ਲਈ ਨਵੇਂ-ਨਵੇਂ ਕਦਮ ਚੁੱਕ ਰਿਹਾ ਹੈ। ਦਿੱਲੀ ਹਵਾਈ ਅੱਡੇ ਤੇ ਲਗਾਤਾਰ ਵੱਧਦੀ ਭੀੜ ਦੀਆਂ ਸ਼ਿਕਾਇਤਾਂ ਨੂੰ ਦੇਖਦੇ 4 ਪੁਆਇੰਟ ਐਕਸ਼ਨ ਪਲਾਨ ਤਿਆਰ ਕੀਤੇ ਗਏ। ਜੀ ਹਾਂ, ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਇਸ ਯੋਜਨਾ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਏਗਾ। ਇਸ ਐਕਸ਼ਨ ਪਲਾਨ ਰਾਹੀਂ ਹਵਾਈ ਅੱਡੇ ਤੇ ਯਾਤਰੀਆਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਮੰਤਰੀ ਜੋਤਿਰਾਦਿੱਤਿਆ ਸਿੰਧਿਆ ਨੇ ਮੰਤਰਾਲੇ ਨਾਲ ਜੁੜੇ ਕੁਝ ਸੀਨੀਅਰ ਅਧਿਕਾਰੀਆਂ ਨਾਲ ਹਵਾਈ ਅੱਡੇ ਨਾਲ ਜੁੜੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਰਕਾਰ ਦੇ ਇਸ ਯੋਜਨਾ ਤਹਿਤ ਹਵਾਈ ਅੱਡੇ ਤੇ ਐਕਸ-ਰੇ ਸਕਰੀਨਿੰਗ ਸਿਸਟਮ ਦੀ ਗਿਣਤੀ 14 ਤੋਂ ਵਧਾ ਕੇ 16 ਕਰ ਦਿੱਤੀ ਜਾਏਗੀ। ਇਸ ਦੇ ਨਾਲ ਹੀ ਆਟੋਮੈਟਿਕ ਟ੍ਰੇ ਰਿਟਰੀਵਲ ਸਿਸਟਮ ਯਾਨੀ ਕਿ ATIS ਮਸ਼ੀਨ ਵੀ ਲਗਾਈ ਜਾਏਗੀ। ਹਵਾਈ ਅੱਡੇ ਦੇ 2 ਐਂਟਰੀ ਪੁਆਇੰਟ ਗੇਟ 1A ਅਤੇ ਗੇਟ 8B ਨੂੰ ਯਾਤਰੀਆਂ ਦੀ ਵਰਤੋਂ ਲਈ ਬਦਲਿਆ ਜਾਏਗਾ। ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਦੀ ਗਿਣਤੀ ਵੀ 19 ਤੋਂ ਘਟਾ ਕੇ 14 ਹੋ ਜਾਏਗੀ। ਕਾਰ ਲੇਨਾਂ ਨੂੰ ਵਿਵਸਥਿਤ ਕਰਨ ਅਤੇ ਵਾਹਨਾਂ ਦੇ ਜਾਮ ਨੂੰ ਕੰਟਰੋਲ ਕਰਨ ਦੇ ਲਈ 4 ਟ੍ਰੈਫਿਕ ਮਾਰਸ਼ਲ ਲਗਾਏ ਗਏ। ਇਸ ਤੋਂ ਬਾਅਦ ਟ੍ਰੈਫਿਕ ਮਾਰਸ਼ਲਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਕੇਂਦਰੀ ਨਾਗਰਿਕ ਉਡਾਣ ਮੰਤਰੀ ਸਿੰਧਿਆ ਜੀ ਨੇ ਮੀਡੀਆ ਨੂੰ ਦੱਸਿਆ ਕਿ ਉਡਾਣਾਂ ਦੀ ਗਿਣਤੀ ਵਧਣ ਦੇ ਕਾਰਨ ਪੀਕ ਆਵਰਸ ਵਿੱਚ ਭੀੜ ਹੱਦ ਤੋਂ ਵੱਧ ਰਹੀ ਹੈ। ਅਸੀਂ ਇਸ ਨੂੰ ਘਟਾਵਾਂਗੇ ਤਾਂ ਜੋ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਏ। ਇਸ ਸਮੇਂ ਦਿੱਲੀ ਹਵਾਈ ਅੱਡੇ ਤੇ ਯਾਤਰੀਆਂ ਦੀ ਸਹੂਲਤ ਦੇ ਲਈ 14 ਐਕਸ-ਰੇ ਸਕਰੀਨਿੰਗ ਮਸ਼ੀਨਾਂ ਕੰਮ ਕਰ ਰਹੀਆਂ ਨੇ, ਪਰ ਯਾਤਰੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ 2 ਹੋਰ ਮਸ਼ੀਨਾਂ ਸ਼ਾਮਲ ਕਰਨ ਦੀ ਯੋਜਨਾ ਹੈ। ਦਿੱਲੀ ਹਵਾਈ ਅੱਡੇ ਦੇ ਐਂਟਰੀ ਪੁਆਇੰਟ ਦੀ ਵਰਤੋਂ ਕੀਤੀ ਜਾਏਗੀ। ਜਹਾਜ਼ਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਪੀਕ ਆਵਰਸ ਉਡਾਣਾਂ ਦੀ ਗਿਣਤੀ ਘੱਟ ਕਰਨ ਤੇ ਵਿਚਾਰ ਵੀ ਕੀਤਾ ਜਾ ਰਿਹਾ। ਕੋਵਿਡ ਮਹਾਮਾਰੀ ਕਾਰਨ ਲੱਗੀਆਂ ਸਰਹੱਦੀ ਪਾਬੰਦੀਆਂ ਮਗਰੋਂ ਕੌਮਾਂਤਰੀ ਯਾਤਰਾ ਦੇ ਚਾਹਵਾਨ ਬਹੁਤੇ ਆਸਟ੍ਰੇਲੀਆਈ ਲੋਕਾਂ ਨੂੰ ਹਵਾਈ ਸਫ਼ਰ ਦੇ ਲਈ ਵੱਧ ਕਿਰਾਏ, ਸੀਮਤ ਸੀਟਾਂ ਅਤੇ ਲਗਾਤਾਰ ਰੱਦ ਹੁੰਦੀਆਂ ਉਡਾਣਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਧਰ ਏਅਰਲਾਈਨਾਂ ਅਤੇ ਹਵਾਬਾਜ਼ੀ ਮਾਹਿਰ ਚੇਤਾਵਨੀ ਦੇ ਰਹੇ ਨੇ ਕਿ ਨੇੜ ਭਵਿੱਖ ਵਿੱਚ ਟਿਕਟਾਂ ਦੀਆਂ ਕੀਮਤਾਂ 'ਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਦੀ ਸੰਭਾਵਨਾ ਨਹੀਂ ਹੈ। ਉਹਨਾਂ ਨੇ ਇਸ ਦਾ ਮੁੱਖ ਕਾਰਨ ਮਹਾਮਾਰੀ ਤੋਂ ਬਾਅਦ ਲਗਾਤਾਰ ਵੱਧ ਰਹੀ ਮੰਗ ਨੂੰ ਦੱਸਿਆ। ਆਸਟ੍ਰੇਲੀਅਨ ਕੰਪੀਟੀਸ਼ਨਜ਼ ਐਂਡ ਕੰਜ਼ਿਊਮਰ ਕਮਿਸ਼ਨ ਨੇ ਆਪਣੀ ਤਿਮਾਹੀ ਰਿਪੋਰਟ ਵਿੱਚ ਮੰਨਿਆ ਹੈ ਕਿ ਇਸ ਸਾਲ ਅਪ੍ਰੈਲ ਅਤੇ ਅਗਸਤ ਦਰਮਿਆਨ ਘਰੇਲੂ ਹਵਾਈ ਕਿਰਾਏ 56% ਦਾ ਵਾਧਾ ਹੋਇਆ।
ਮੋਨਾਸ਼ ਯੂਨੀਵਰਸਿਟੀ ਦੇ ਹਵਾਬਾਜ਼ੀ ਮਾਹਿਰ ਪ੍ਰੋਫੈਸਰ ਗ੍ਰੇਗ ਬੈਂਬਰ ਕਹਿੰਦੇ ਨੇ ਕਿ ਬੁਕਿੰਗ ਰੱਦ ਕਰਨ ਦੇ ਮਾਮਲੇ ਵਿੱਚ ਏਅਰਲਾਈਨਾਂ ਨੂੰ ਬਹੁਤ ਸੁਧਾਰ ਕਰਨ ਦੀ ਲੋੜ ਹੈ। ਉਹਨਾਂ ਨੇ ਪ੍ਰਮੁੱਖ ਕੁਆਂਟਸ ਏਅਰਲਾਈਨ ਵੱਲੋਂ ਮੌਕੇ ਉੱਤੇ ਫਲਾਈਟਸ ਕੈਂਸਲ ਕਰਨ ਨੂੰ ਗਾਹਕਾਂ ਦੀ ਭਰੋਸੇਯੋਗਤਾ ਬਾਬਤ ਮੰਦਭਾਗਾ ਵਰਤਾਰਾ ਕਰਾਰ ਦਿੱਤਾ। ਦੂਜੇ ਪਾਸੇ ਏਅਰਲਾਈਨਾਂ ਦਾ ਮੰਨਣਾ ਹੈ ਕਿ ਕੰਮ ਦੇ ਵੱਧਦੇ ਦਬਾਅ ਦੇ ਬਾਵਜੂਦ ਵੀ ਉਹ ਵਧੀਆ ਸੇਵਾਵਾਂ ਦੇਣ ਦੇ ਲਈ ਵਚਨਬੱਧ ਨੇ। ਵਰਜਨ ਆਸਟ੍ਰੇਲੀਆ ਦੇ ਬੁਲਾਰੇ ਨੇ ਦੱਸਿਆ ਹੈ ਕਿ ਤੇਲ ਦੇ ਵੱਧਦੇ ਭਾਅ, ਵੱਧ ਰਹੀ ਮਹਿੰਗਾਈ ਅਤੇ ਵੱਧਦੀ ਮੰਗ ਵਰਗੇ ਬੋਝਾਂ ਦੇ ਬਾਵਜੂਦ ਏਅਰਲਾਈਨਾਂ ਦਾ ਟੀਚਾ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਘਰੇਲੂ ਉਡਾਣਾਂ ਦੇ ਮਾਮਲੇ ਵਿੱਚ ਦਸੰਬਰ ਅਤੇ ਜਨਵਰੀ ਦੌਰਾਨ ਸਮਰੱਥਾ ਪ੍ਰੀ ਕੋਵਿਡ ਪੱਧਰ ਉੱਤੇ ਵਾਪਸ ਆ ਜਾਏਗੀ। ਆਰਟਨ ਕੈਪੀਟਲ ਨੇ 2022 ਵਿੱਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਕਮਜ਼ੋਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ UAE ਦੇ ਪਾਸਪੋਰਟ ਨੂੰ ਸਭ ਤੋਂ ਮਜ਼ਬੂਤ ਦੱਸਿਆ ਗਿਆ। ਇਸ ਸੂਚੀ ਵਿੱਚ ਭਾਰਤ ਦੇ ਪਾਸਪੋਰਟ ਨੂੰ 69ਵਾਂ ਸਥਾਨ ਮਿਲਿਆ ਹੈ ਔਰ ਜਦਕਿ ਪਾਕਿਸਤਾਨ ਨੂੰ 94 ਅਤੇ ਬੰਗਲਾਦੇਸ਼ ਨੂੰ 92 ਸਥਾਨ ਤੇ ਰੱਖਿਆ ਗਿਆ। ਇਸ ਸੂਚੀ ਵਿੱਚ ਪਤਾ ਚੱਲਦਾ ਹੈ ਕਿ ਕਿੰਨੇ ਦੇਸ਼ਾਂ ਵਿੱਚ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਐਂਟਰੀ ਮਿਲ ਸਕਦੀ ਹੈ ਅਤੇ ਕਿੰਨੇ ਦੇਸ਼ਾਂ ਵਿੱਚ ਵੀਜ਼ਾ ਔਨ ਅਰਾਈਵਲ ਐਂਟਰੀ ਦਿੱਤੀ ਜਾ ਸਕਦੀ ਹੈ। ਆਰਟਨ ਕੈਪੀਟਲ ਦੇ ਦੁਆਰਾ ਜਾਰੀ ਸਾਲ 2022 ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਭਾਰਤ ਨੂੰ 69ਵੇਂ ਸਥਾਨ ਤੇ ਰੱਖਿਆ ਗਿਆ। ਭਾਰਤੀ ਨਾਗਰਿਕ 24 ਦੇਸ਼ਾਂ ਵਿੱਚ ਫ੍ਰੀ ਵੀਜ਼ਾ ਦਾਖਲ ਹੋ ਸਕਦੇ ਨੇ, ਜਦਕਿ 48 ਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਮਿਲੇਗੀ। ਭਾਰਤ ਦੇ ਨਾਗਰਿਕਾਂ ਨੂੰ 126 ਦੇਸ਼ਾਂ ਦਾ ਦੌਰਾ ਕਰਨ ਦੇ ਲਈ ਵੀਜ਼ੇ ਦੀ ਲੋੜ ਹੋਏਗੀ। ਇਸ ਸੂਚੀ ਵਿੱਚ ਪਾਕਿਸਤਾਨ ਨੂੰ 94ਵੇਂ ਸਥਾਨ ਤੇ ਰੱਖਿਆ ਗਿਆ। ਇੱਥੋਂ ਦੇ ਨਾਗਰਿਕ ਕੇਵਲ 10 ਦੇਸ਼ਾਂ ਵਿੱਚ ਹੀ ਵੀਜ਼ਾ ਮੁਕਤ ਦਾਖਲਾ ਲੈ ਸਕਦੇ ਨੇ, ਜਦੋਂ ਕਿ 154 ਦੇਸ਼ਾਂ ਵਿੱਚ ਐਂਟਰੀ ਲਈ ਵੀਜ਼ਾ ਜ਼ਰੂਰੀ ਹੋਏਗਾ। ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚ ਦੂਜੇ ਸਥਾਨ ਤੇ 10 ਯੂਰਪੀ ਦੇਸ਼ ਜਿਵੇਂ ਜਰਮਨੀ, ਇਟਲੀ, ਫਰਾਂਸ, ਸਪੇਨ, ਲਕਸਮਬਰਗ, ਉੱਤਰੀ ਕੋਰੀਆ ਤੇ ਕੁੱਲ 11 ਦੇਸ਼ ਸ਼ਾਮਲ ਨੇ। ਇਹਨਾਂ ਸਾਰੇ ਦੇਸ਼ਾਂ ਦੇ ਨਾਗਰਿਕ 126 ਦੇਸ਼ਾਂ ਵਿੱਚ ਫ੍ਰੀ ਵੀਜ਼ਾ ਦਾਖਲ ਹੋ ਸਕਦੇ ਨੇ, ਜਦੋਂ ਕਿ ਵੀਜ਼ਾ ਔਨ ਅਰਾਈਵਲ ਦੀ ਸਹੂਲਤ 47 ਦੇਸ਼ਾਂ 'ਚ ਉਪਲਬਧ ਹੋਏਗੀ। ਇਸ ਸੂਚੀ ਵਿੱਚ ਅਮਰੀਕਾ ਅਤੇ ਬਰਤਾਨੀਆ ਨੂੰ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ਤੇ ਰੱਖਿਆ ਗਿਆ। ਅਮਰੀਕੀ ਨਾਗਰਿਕ 116 ਦੇਸ਼ਾਂ 'ਚ ਵੀਜ਼ਾ ਫ੍ਰੀ ਐਂਟਰੀ ਲੈ ਸਕਦੇ ਨੇ, ਜਦਕਿ ਬ੍ਰਿਟਿਸ਼ ਨਾਗਰਿਕ 118 ਦੇਸ਼ਾਂ ਵਿੱਚ ਵੀਜ਼ਾ ਫ੍ਰੀ ਐਂਟਰੀ ਲੈ ਸਕਦੇ ਨੇ। ਸੰਯੁਕਤ ਰਾਸ਼ਟਰ ਵਿੱਚ ਸ਼ਾਮਲ 139 ਦੇਸ਼ਾਂ 'ਚੋਂ UAE ਦੇ ਪਾਸਪੋਰਟ ਨੂੰ ਸਾਲ 2022 'ਚ ਸਭ ਤੋਂ ਸ਼ਕਤੀਸ਼ਾਲੀ ਦੱਸਿਆ ਗਿਆ। UAE ਦੇ ਨਾਗਰਿਕ ਆਸਾਨੀ ਨਾਲ 180 ਦੇਸ਼ਾਂ ਵਿੱਚ ਦਾਖਲ ਹੋ ਸਕਦੇ ਨੇ। 180 ਦੇਸ਼ਾਂ ਦੇ ਨਾਗਰਿਕਾਂ ਲਈ ਫ੍ਰੀ ਵੀਜ਼ਾ ਦਾਖਲ ਹੋ ਜਾਏਗਾ, ਜਦੋਂ ਕਿ 59 ਦੇਸ਼ਾਂ ਵਿੱਚ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਉਪਲਬਧ ਹੋਏਗੀ। ਜਾਨੀ ਕਿ UAE ਦੇ ਨਾਗਰਿਕਾਂ ਨੂੰ 59 ਦੇਸ਼ਾਂ ਦੇ ਵਿੱਚ ਆਸਾਨੀ ਨਾਲ ਵੀਜ਼ਾ ਔਨ ਅਰਾਈਵਲ ਮਿਲੇਗਾ। UAE ਦੇ ਨਾਗਰਿਕਾਂ ਨੂੰ ਕੇਵਲ 18 ਦੇਸ਼ਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਵੀਜ਼ਾ ਦੀ ਲੋੜ ਹੋਏਗੀ। ਇਹ ਪਾਸਪੋਰਟ ਇੰਡੈਕਸ ਸੰਯੁਕਤ ਰਾਸ਼ਟਰ ਦੇ 139 ਮੈਂਬਰ ਦੇਸ਼ਾਂ ਦੇ ਅਤੇ ਇਸ ਦੇ 6 ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ। ਇਸ ਸੂਚਕਾਂਕ ਨੂੰ ਤਿਆਰ ਕਰਨ ਵਿੱਚ ਵਰਤੇ ਗਏ ਅੰਕੜੇ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾਂਦੇ ਨੇ। ਇਸ ਦੇ ਨਾਲ ਸਮੇਂ-ਸਮੇਂ ਤੇ ਕਰਾਊਡ ਸੋਰਸਿੰਗ ਦੇ ਜ਼ਰੀਏ ਇਸ ਡੇਟਾ ਦਾ ਗੁਪਤ ਰੂਪ ਨਾਲ ਪਤਾ ਲਗਾਇਆ ਜਾਂਦਾ ਹੈ। ਸਾਰੇ ਦੇਸ਼ਾਂ ਦੇ ਪਾਸਪੋਰਟਸ ਨੂੰ ਵਿਅਕਤੀਗਤ ਰੈਂਕ ਨਿਰਧਾਰਤ ਕਰਨ ਦੇ ਲਈ 3 ਪੱਧਰੀ ਵਿਧੀ ਅਤੇ ਗਤੀਸ਼ੀਲਤਾ ਸਕੋਰ ਦੇ ਆਧਾਰ ਤੇ ਦਰਜ ਕੀਤਾ ਜਾਂਦਾ ਹੈ। ਇਸ ਵਿੱਚ ਵੀਜ਼ਾ ਫ੍ਰੀ, ਵੀਜ਼ਾ ਔਨ ਅਰਾਈਵਲ ਅਤੇ ਈ ਵੀਜ਼ਾ ਸ਼ਾਮਲ ਨੇ। ਇਸ ਸਕੋਰ ਨੂੰ ਫਿਰ ਵੀਜ਼ਾ ਔਨ ਅਰਾਈਵਲ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਾਂਕ 2018 ਲਈ ਟਾਈ ਬ੍ਰੇਕਰ ਵਜੋਂ ਵਰਤਿਆ ਜਾਂਦਾ ਹੈ। ਡੈਮੋਕ੍ਰੈਟਿਕ ਵੋਟਰਾਂ ਦਾ ਇੱਕ ਵੱਡਾ ਵਰਗ ਚਾਹੁੰਦਾ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਦੂਜੀ ਵਾਰ ਚੋਣ ਨਾ ਲੜਨ। ਦਾ CNBC ਆਲ ਅਮਰੀਕਾ ਇਕਨੋਮਿਕ ਸਰਵੇ ਦੇ ਮੁਤਾਬਕ 57% ਡੈਮੋਕ੍ਰੇਟਸ ਨਹੀਂ ਚਾਹੁੰਦੇ ਕਿ ਰਾਸ਼ਟਰਪਤੀ ਜੋ ਬਾਈਡਨ ਮੁੜ ਚੋਣ ਲੜਨ। ਅਜਿਹੀ ਹੀ ਭਾਵਨਾ 66% ਨਿਰਪੱਖ ਅਮਰੀਕੀਆਂ ਤੇ 86% ਰਿਪਬਲਿਕਨਸ ਦੀ ਹੈ। ਹਾਲਾਂਕਿ ਬਾਈਡਨ ਛੁੱਟੀਆਂ ਤੋਂ ਬਾਅਦ ਇਹ ਫੈਸਲਾ ਕਰਨਗੇ ਕਿ ਉਹਨਾਂ ਨੇ ਅਗਲੀ ਚੋਣ ਲੜਨੀ ਹੈ ਜਾਂ ਨਹੀਂ। ਅਕਤੂਬਰ ਦੇ ਮੁਕਾਬਲੇ ਬਾਈਡਨ ਦੀ ਲੋਕਪ੍ਰਿਯਤਾ 'ਚ ਵੱਡੀ ਗਿਰਾਵਟ ਵੀ ਨਜ਼ਰ ਆਈ ਹੈ। 2 ਮਹੀਨੇ ਪਹਿਲਾਂ ਉਹਨਾਂ ਦੀ ਅਪਰੂਵਲ ਰੇਟਿੰਗ 40% ਸੀ, ਜੋ ਡਿੱਗ ਕੇ 41% ਰਹਿ ਗਈ ਹੈ। ਦੂਜੇ ਪਾਸੇ ਉਹਨਾਂ ਨੂੰ ਲੋਕਪ੍ਰਿਯ ਨਾ ਮੰਨਣ ਵਾਲਿਆਂ ਦੀ ਗਿਣਤੀ 50% ਤੋਂ ਵੱਧ ਕੇ 54% ਹੋ ਗਈ ਹੈ। ਕੇਵਲ 14% ਲੋਕਾਂ ਨੇ ਮੰਨਿਆ ਕਿ ਅਰਥ ਵਿਵਸਥਾ ਬਿਹਤਰ ਢੰਗ ਨਾਲ ਕੰਮ ਕਰ ਰਹੀ ਹੈ। ਇਹ 2013 ਦੇ ਬਾਅਦ ਤੋਂ ਸਭ ਤੋਂ ਹੇਠਲਾ ਪੱਧਰ ਹੈ। ਸਰਵੇਖਣ ਦੇ ਮੁਤਾਬਕ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਵੋਟਰਾਂ ਦੀ ਭਾਰੀ ਨਾਰਾਜ਼ਗੀ ਹੈ। 37% ਰਿਪਬਲਿਕਨ ਵੋਟਰ, 61% ਨਿਰਪੱਖ ਤੇ 88% ਡੈਮੋਕ੍ਰੇਟਸ ਦਾ ਮੰਨਣਾ ਹੈ ਕਿ ਟਰੰਪ ਨੂੰ ਚੋਣ ਨਹੀਂ ਲੜਨੀ ਚਾਹੀਦੀ। ਹਾਲਾਂਕਿ ਪਿਛਲੇ ਮਹੀਨੇ ਹੀ ਉਹ ਐਲਾਨ ਕਰ ਚੁੱਕੇ ਨੇ ਕਿ ਉਹ 2024 ਦੀ ਰਾਸ਼ਟਰਪਤੀ ਉਮੀਦਵਾਰੀ ਲਈ ਦਾਅਵੇਦਾਰ ਨੇ।
ਅਮਰੀਕਾ ਦੇ ਸਮੁੱਚੇ ਪੱਛਮੀ ਹਿੱਸੇ ਵਿੱਚ ਸ਼ਕਤੀਸ਼ਾਲੀ ਬਰਫੀਲੇ ਤੂਫਾਨ ਤੇ ਦੱਖਣੀ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਵਿੱਚ ਪਈ 7 ਇੰਚ ਤੋਂ ਵੱਧ ਬਾਰਿਸ਼ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੈ। ਕੌਮੀ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਪੱਛਮੀ ਹਿੱਸੇ ਵਿੱਚ ਬਰਫੀਲਾ ਤੂਫਾਨ ਹੋਰ ਭਿਆਨਕ ਹੋ ਸਕਦਾ ਹੈ। ਕੋਲੋਰਾਡੋ ਤੋਂ ਮਿਨੀਸੋਟਾ ਤੱਕ ਜ਼ਬਰਦਸਤ ਬਰਫ਼ਬਾਰੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਚੱਲਣਗੀਆਂ। ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਬਹੁਤ ਸਾਰੇ ਖੇਤਰ ਭਾਰੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਹੋਣਗੇ, ਜਿਸ ਕਾਰਨ ਸਫ਼ਰ ਕਰਨਾ ਅਸੰਭਵ ਹੋ ਸਕਦਾ ਹੈ। ਉੱਤਰੀ ਪੂਰਬੀ ਕੈਲੀਫੋਰਨੀਆ, ਗ੍ਰੇਟਰ ਲੇਕ ਟਾਹੋ ਖੇਤਰ, ਪੱਛਮੀ ਨੇਵਾਡਾ ਤੇ ਪੂਰਬੀ ਸੀਰਾ ਨੇਵਾਡਾ 'ਚ ਭਾਰੀ ਬਰਫ਼ਬਾਰੀ ਹੋਈ ਹੈ। ਸੀਰਾ ਨੇਵਾਡਾ ਵਿੱਚ 5 ਫੁੱਟ ਤੱਕ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਸੇਵਾ ਦੇ ਅਨੁਸਾਰ ਗ੍ਰੇਟਰ ਲੇਕ ਟਾਹੋ ਖੇਤਰ 'ਚ 48 ਇੰਚ ਤੱਕ ਬਰਫ਼ਬਾਰੀ ਰਿਕਾਰਡ ਹੋਈ ਹੈ। ਲੇਕ ਟਾਹੋ ਖੇਤਰ ਵਿੱਚ ਭਾਰੀ ਬਰਫ਼ਬਾਰੀ ਕਾਰਨ ਕੈਲੀਫੋਰਨੀਆ ਰਾਸ਼ਟਰੀ ਮਾਰਗ 99 ਨੂੰ ਬੰਦ ਕਰ ਦਿੱਤਾ ਗਿਆ। ਹਾਲਾਤ ਦੇ ਮੱਦੇਨਜ਼ਰ ਹੋਰ ਸੜਕਾਂ ਨੂੰ ਵੀ ਬੰਦ ਕਰਨਾ ਪੈ ਸਕਦਾ। ਤੂਫਾਨ ਦੇ ਪੂਰਬ ਵੱਲ ਵਧਣ ਕਾਰਨ ਤੇ ਬਰਫ਼ ਦੇ ਢੇਰਾਂ ਕਾਰਨ ਉੱਪਰਲੇ ਮੱਧ ਪੱਛਮ ਦੇ ਪ੍ਰਮੁੱਖ ਰਾਸ਼ਟਰੀ ਮਾਰਗ 190 ਤੇ 194 ਦੇ ਹਿੱਸੇ ਬੰਦ ਕਰਨੇ ਪੈ ਸਕਦੇ ਨੇ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੀਨ ਖਿਲਾਫ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸਿਆਟਲ, ਵਾਸ਼ਿੰਗਟਨ, ਪੋਰਟਲੈਂਡ, ਓਰੇਗਨ, ਸੈਨ ਫਰਾਂਸਿਸਕੋ ਅਤੇ ਕੈਲੀਫੋਰਨੀਆ 'ਚ ਤਿੱਬਤੀ, ਉਈਗਰ, ਹਾਂਗਕਾਂਗ ਆਦਿ ਸਮੇਤ ਵੱਖ-ਵੱਖ ਸਮੂਹਾਂ ਨੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਆਵਾਜ਼ ਉਠਾਈ। ਇਨ੍ਹਾਂ ਸਮੂਹਾਂ ਨੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਚੀਨੀ ਸਰਕਾਰ ਦੀ ਨਿੰਦਾ ਕੀਤੀ ਅਤੇ ਵਿਸ਼ਵ ਭਾਈਚਾਰੇ ਤੋਂ ਇਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਖਾਸ ਗੱਲ ਇਹ ਹੈ ਕਿ ਮੌਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਸਮੇਤ ਖਰਾਬ ਮੌਸਮ ਵੀ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅਤੇ ਉਤਸ਼ਾਹ ਨੂੰ ਰੋਕ ਨਹੀਂ ਸਕਿਆ। ਮੀਂਹ ਦੇ ਬਾਵਜੂਦ ਪ੍ਰਦਰਸ਼ਨਕਾਰੀ ਫਰਾਂਸਿਸਕੋ ਵਿੱਚ ਚੀਨੀ ਕੌਂਸਲੇਟ ਜਨਰਲ ਦੇ ਸਾਹਮਣੇ ਪ੍ਰਦਰਸ਼ਨ ਦੇ ਲਈ ਡਟੇ ਰਹੇ। ਹਾਲਾਂਕਿ ਬਰਫ਼ਬਾਰੀ ਕਾਰਨ ਸਾਲਟ ਲੇਕ ਸਿਟੀ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਰੱਦ ਕਰਨਾ ਪਿਆ। ਸਿਆਟਲ ਅਤੇ ਡਾਊਨਟਾਊਨ ਪੋਰਟਲੈਂਡ ਵਿੱਚ ਅੰਤਰਰਾਜੀ ਹਾਈਵੇ 1 ਤੋਂ 5 ਤੇ ਪ੍ਰਦਰਸ਼ਨ ਹੋਏ ਔਰ ਇਹ ਪਹਿਲੀ ਵਾਰ ਹੈ ਜਦੋਂ ਸਿਆਟਲ ਅਤੇ ਪੋਰਟਲੈਂਡ ਵਿੱਚ ਚੀਨੀ ਵਿਰੋਧੀ ਪ੍ਰਦਰਸ਼ਨ ਹੋਏ। ਅਧਿਕਾਰੀ ਸਮੂਹਾਂ ਨੇ ਦੋਸ਼ ਲਗਾਇਆ ਹੈ ਕਿ ਚੀਨੀ ਸਰਕਾਰ ਨੇ ਸ਼ਿਨਜਿਆਂਗ ਵਿੱਚ ਉਈਗਰਾਂ ਅਤੇ ਹੋਰ ਤੁਰਕੀ ਮੁਸਲਮਾਨਾਂ ਵਿਰੁੱਧ ਮਨੁੱਖਤਾ ਦੇ ਅਪਰਾਧ ਕੀਤੇ ਨੇ। ਹਾਂਗਕਾਂਗ ਵਿੱਚ ਦਮਨ ਨੂੰ ਵਧਾਇਆ ਹੈ, ਮੀਡੀਆ ਤੇ ਸਖਤ ਕੰਟਰੋਲ ਕੀਤਾ ਹੈ ਅਤੇ ਵੱਡੇ ਪੈਮਾਨੇ ਤੇ ਨਿਗਰਾਨੀ ਤਾਇਨਾਤ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਤਿੱਬਤ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਨੂੰ ਲੈ ਕੇ ਚੀਨ ਦੇ 2 ਸੀਨੀਅਰ ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ। ਇਹਨਾਂ ਵਿੱਚ ਤਿੱਬਤ 'ਚ ਚੀਨ ਦੇ ਮੁੱਖ ਅਧਿਕਾਰੀ ਰਹੇ ਵੂ ਯਿੰਗਜੀ ਅਤੇ ਹਿਮਾਲਿਆ ਖੇਤਰ ਵਿੱਚ ਚੀਨ ਦੇ ਪੁਲਿਸ ਮੁਖੀ ਯਾਂਗ ਹੋਂਗਬੋ ਸ਼ਾਮਲ ਨੇ। ਇਹਨਾਂ ਤੇ ਕੈਦੀਆਂ ਤੇ ਤਸ਼ੱਦਦ ਅਤੇ ਕਤਲ ਤੇ ਜ਼ਬਰੀ ਨਸਬੰਦੀ ਵਰਗੇ ਅਪਰਾਧਾਂ ਦਾ ਦੋਸ਼ ਹੈ। ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਹੁਣ ਇੱਕ ਹੋਰ ਤਾਜ਼ਾ ਮਾਮਲਾ ਵਿਨੀਪੈਗ ਤੋਂ ਸਾਹਮਣੇ ਆਇਆ, ਜਿੱਥੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬਣ ਦੀ ਮੌਤ ਹੋ ਗਈ। ਮ੍ਰਿਤਕ ਪੰਜਾਬਣ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ, ਜੋ ਕਿ ਮੋਗਾ ਦੇ ਪਿੰਡ ਰੌਲੀ ਨਾਲ ਸੰਬੰਧਿਤ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਰਬਜੀਤ ਬੀਤੇ ਕੱਲ ਆਪਣੀ ਕਾਰ ਤੇ ਆਪਣੇ ਕੰਮ ਤੋਂ ਘਰ ਪਰਤ ਰਹੀ ਸੀ। ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਸਰਬਜੀਤ ਕੌਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਟੱਕਰ ਦੌਰਾਨ ਸਰਬਜੀਤ ਕੌਰ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰਬਜੀਤ ਮੋਗਾ ਦੇ ਨਜ਼ਦੀਕ ਪਿੰਡ ਰੌਲੀ ਵਿਖੇ ਵਿਆਹੀ ਸੀ ਔਰ ਉਹ 2012 ਵਿੱਚ ਆਪਣੇ ਪਤੀ ਤੇ 2 ਬੱਚਿਆਂ ਦੇ ਨਾਲ PR ਤੇ ਵਿਨੀਪੈਗ ਗਈ ਸੀ। ਮ੍ਰਿਤਕ ਸਰਬਜੀਤ ਆਪਣੇ ਪਿੱਛੇ ਪਤੀ, ਇੱਕ ਬੇਟਾ ਤੇ ਬੇਟੀ ਛੱਡ ਗਈ ਹੈ। ਇਸ ਘਟਨਾ ਦੀ ਖਬਰ ਜਿਵੇਂ ਉਸਦੇ ਪਿੰਡ ਵਾਲਿਆਂ ਨੂੰ ਪਤਾ ਲੱਗੀ ਤਾਂ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਪਿੰਡ ਨਾਰੋ ਮਾਜਰਾ ਦੇ ਮਿਹਨਤੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਰਣਜੀਤ ਸਿੰਘ ਦੇ ਕੈਨੇਡਾ ਰਹਿੰਦੇ ਪੁੱਤਰ ਰਮਨਪ੍ਰੀਤ ਸਿੰਘ ਸੋਹੀ ਨੌਜਵਾਨ ਦੀ ਟਰੱਕ ਹਾਦਸੇ 'ਚ ਹੋਈ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਭਗ 8 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਲੈਣ ਲਈ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ। ਉੱਥੇ ਉਸਨੇ ਪੱਕੇ ਹੋਣ ਉਪਰੰਤ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ, ਜਿਸ ਦੇ ਚਲਦਿਆਂ ਬੀਤੇ ਕੱਲ ਉਸਨੇ ਜਦ ਆਪਣਾ ਟਰੱਕ ਖਾਲੀ ਕਰਨ ਦੇ ਲਈ ਟਰੱਕ ਨੂੰ ਪਿੱਛੇ ਵੱਲ ਕੀਤਾ ਤਾਂ ਡਾਲਾ ਖੋਲ੍ਹਦੇ ਸਮੇਂ ਬ੍ਰੇਕ ਨਾ ਲੱਗੇ ਹੋਣ ਕਾਰਨ ਉਕਤ ਨੌਜਵਾਨ ਕੰਧ ਅਤੇ ਟਰੱਕ ਦੇ ਵਿਚਕਾਰ ਆ ਗਿਆ, ਜਿਸ ਕਾਰਨ ਰਮਨਪ੍ਰੀਤ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਰਮਨਪ੍ਰੀਤ ਨੇ ਜਨਵਰੀ ਮਹੀਨੇ 'ਚ ਵਿਆਹ ਕਰਵਾਉਣ ਦੇ ਲਈ ਪੰਜਾਬ ਆਉਣਾ ਸੀ। ਕੈਨੇਡਾ 'ਚ ਵਾਪਰੇ ਹਾਦਸੇ ਦੌਰਾਨ ਹੋਈ ਰਮਨਪ੍ਰੀਤ ਦੀ ਮੌਤ ਤੇ ਪਿੰਡ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੁਨਹਿਰੇ ਭਵਿੱਖ ਦੀ ਕਾਮਨਾ ਦੇ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਦੇ ਲਈ ਹਰ ਹੀਲਾ ਕਰਦੇ ਨੇ।
ਪਰ ਕਈ ਵਾਰ ਉਹਨਾਂ ਨਾਲ ਅਜਿਹਾ ਪਾਣਾ ਵਾਪਰ ਜਾਂਦਾ ਹੈ ਜਿਸ ਦੇ ਨਾਲ ਉਸ ਦੇ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਨੇ। ਅਜਿਹੀ ਹੀ ਇਹ ਮੰਦਭਾਗੀ ਖਬਰ ਫਰਾਂਸ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭੇਤ ਭਰੇ ਹਾਲਤ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਬੋਗੋਵਾਲ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਰੋਜ਼ੀ ਰੋਟੀ ਦੇ ਲਈ 3 ਮਹੀਨੇ ਪਹਿਲਾਂ ਫਰਾਂਸ ਗਿਆ। ਮ੍ਰਿਤਕ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ 2 ਲੜਕੇ ਤੇ ਇੱਕ ਲੜਕੀ ਹੈ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਉਹਨਾਂ ਦੇ ਵੱਡੇ ਲੜਕੇ, ਜੋ ਸੁਖਵਿੰਦਰ ਦੇ ਨਾਲ ਹੀ ਫਰਾਂਸ 'ਚ ਰਹਿ ਰਿਹਾ, ਨੇ ਫੋਨ ਕਰਕੇ ਦੱਸਿਆ ਕਿ ਕੰਮ ਤੇ ਜਾਣ ਸਮੇਂ ਸੁਖਵਿੰਦਰ ਨੂੰ ਇੱਕ ਮੁੰਡੇ ਦਾ ਫੋਨ ਆਇਆ ਅਤੇ ਉਸ ਕੋਲ ਰਾਤ ਰਹਿਣ ਚਲਾ ਗਿਆ। ਰਾਤ ਸਮੇਂ ਉਸ ਲੜਕੇ ਨੇ ਦੱਸਿਆ ਕਿ ਉਸ ਦੀ ਹਾਲਤ ਖਰਾਬ ਹੋ ਗਈ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਧਰ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦੇ ਪਤੀ ਮਨਜੀਤ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਦੱਸਿਆ ਕਿ ਸੁਖਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਏਗਾ ਤੇ ਜੱਦੀ ਪਿੰਡ ਬੇਗੋਵਾਲ ਵਿਖੇ ਹੀ ਸੰਸਕਾਰ ਕੀਤਾ ਜਾਏਗਾ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 9 ਮਹੀਨੇ ਪੂਰੇ ਹੋ ਗਏ ਨੇ। ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਮੁੱਦੇ ਤੇ ਕੋਈ ਸਮਝੌਤਾ ਨਹੀਂ ਹੋਇਆ। ਰੂਸ ਦੀ ਫੌਜੀ ਮੁਹਿੰਮ ਹਮਲਾਵਰ ਹੁੰਦੀ ਜਾ ਰਹੀ ਹੈ। ਯੂਕਰੇਨ ਦੀ ਫੌਜ ਵੀ ਲਗਾਤਾਰ ਰੂਸੀ ਫੌਜੀਆਂ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ। ਹੁਣ ਰੂਸ ਨੇ ਇੱਕ ਵਾਰ ਫਿਰ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਨੇ। ਨਤੀਜੇ ਵਜੋਂ ਓਡੇਸਾ ਵਿੱਚ 1.5 ਮਿਲੀਅਨ ਲੋਕ ਬਿਜਲੀ ਕੱਟ ਤੋਂ ਪ੍ਰਭਾਵਿਤ ਨੇ। ਰੂਸ ਨੇ ਯੂਕਰੇਨ ਦੇ ਪਾਵਰ ਗ੍ਰਿਡ ਨੂੰ ਨਿਸ਼ਾਨਾ ਬਣਾਇਆ। AFP ਦੀ ਰਿਪੋਰਟ ਦੇ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਰੂਸ ਨੇ ਸ਼ਨੀਵਾਰ ਰਾਤ ਨੂੰ ਦੱਖਣੀ ਯੂਕਰੇਨ ਤੇ ਸ਼ਹਿਰ ਓਡੇਸਾ ਤੇ ਖੈਮਿਕੌਸ ਡਰੋਨ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ 15 ਲੱਖ ਤੋਂ ਵੱਧ ਨਾਗਰਿਕ ਬਿਜਲੀ ਬਿਨਾਂ ਰਹਿਣ ਦੇ ਲਈ ਮਜਬੂਰ ਨੇ। ਉਹਨਾਂ ਨੇ ਦੱਸਿਆ ਕਿ ਈਰਾਨ ਡਰੋਨ ਹਮਲਿਆਂ ਕਾਰਨ ਓਡੇਸਾ ਅਤੇ ਖੇਤਰ ਦੇ ਹੋਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਨੇਰਾ ਛਾ ਗਿਆ। ਰਾਸ਼ਟਰਪਤੀ ਪ੍ਰਸ਼ਾਸਨ ਦੇ ਉਪ ਮੁਖੀ ਖਿਰਲੀਲੋ ਨੇ ਕਿਹਾ ਕਿ ਹਸਪਤਾਲਾਂ ਅਤੇ ਜਨੇਪਾ ਵਾਰਡਾਂ ਸਮੇਤ ਕੇਵਲ ਨਾਜ਼ੁਕ ਬੁਨਿਆਦੀ ਢਾਂਚੇ ਦੀ ਬਿਜਲੀ ਤੱਕ ਪਹੁੰਚ ਹੈ। ਸਥਿਤੀ ਮੁਸ਼ਕਲ ਬਣੀ ਹੋਈ ਹੈ, ਪਰ ਕਾਬੂ ਹੇਠ ਹੈ। ਖੇਤਰ ਦੇ ਗਵਰਨਰ ਮੈਕਸਿਮ ਨੇ ਕਿਹਾ ਹੈ ਕਿ ਰੂਸ ਨੇ ਰਾਤੋਂ ਰਾਤ ਖੈਮਿਕੌਸ ਡਰੋਨ ਨਾਲ ਸ਼ਹਿਰ ਤੇ ਹਮਲਾ ਕੀਤਾ ਸੀ। ਹਵਾਈ ਹਮਲੇ ਤੋਂ ਬਾਅਦ ਸਾਡੇ ਖੇਤਰ ਦੇ ਲਗਭਗ ਸਾਰੇ ਜ਼ਿਲ੍ਹੇ ਅਤੇ ਭਾਈਚਾਰਿਆਂ ਵਿੱਚ ਬਿਜਲੀ ਨਹੀਂ ਹੈ। ਯੂਕਰੇਨ ਦਾ ਕਹਿਣਾ ਹੈ ਕਿ ਯੂਕਰੇਨ ਦੇ ਪਾਵਰ ਗ੍ਰਿਡ ਤੇ ਰੂਸੀ ਹਮਲਿਆਂ ਤੋਂ ਬਾਅਦ ਓਡੇਸਾ ਸਮੇਤ ਦੇਸ਼ ਦੇ ਦੱਖਣੀ ਖੇਤਰ ਦੀ ਸਥਿਤੀ ਸਭ ਤੋਂ ਵੱਧ ਖਰਾਬ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਰੂਸ ਨੇ ਸੋਮਵਾਰ ਨੂੰ ਯੂਕਰੇਨ ਦੀਆਂ ਵੱਡੀਆਂ ਇਮਾਰਤਾਂ ਤੇ ਦਰਜਨਾਂ ਕਰੂਜ਼ ਮਿਜ਼ਾਈਲਾਂ ਦਾਗੀਆਂ। ਲਗਾਤਾਰ ਹਮਲਿਆਂ ਕਾਰਨ ਪਹਿਲਾਂ ਤੋਂ ਹੀ ਖਸਤਾ ਹਾਲ ਪਾਵਰ ਗ੍ਰਿਡ ਹੁਣ ਪੂਰੀ ਤਰ੍ਹਾਂ ਡਾਊਨ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਕਈ ਖੇਤਰਾਂ ਵਿੱਚ ਫੌਜੀ ਹਾਰ ਤੋਂ ਬਾਅਦ ਰੂਸ ਨੇ ਯੂਕਰੇਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਰੂਸੀ ਫੌਜੀ ਯੂਕਰੇਨ ਦੇ ਪਾਵਰ ਗ੍ਰਿਡ ਦੇ ਜਾਣਬੁੱਝ ਕੇ ਹਮਲਾ ਕਰ ਰਹੇ ਨੇ ਤਾਂ ਜੋ ਨਾਗਰਿਕਾਂ ਨੂੰ ਠੰਡ ਦੇ ਮੌਸਮ ਵਿੱਚ ਗਰਮ ਕਰਨ ਦੀ ਸਹੂਲਤ ਨਾ ਮਿਲੇ ਅਤੇ ਯੂਕਰੇਨ ਦੇ ਲੋਕ ਰੂਸ ਅੱਗੇ ਗੋਡੇ ਟੇਕਣ ਦੇ ਲਈ ਮਜਬੂਰ ਹੋ ਜਾਣ। ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦਾ ਕਹਿਣਾ ਹੈ ਕਿ ਉਹ ਆਪਣੇ ਆਖਰੀ ਸਾਹ ਤੱਕ ਯੂਕਰੇਨ ਦੇ ਲਈ ਲੜਨਗੇ ਅਤੇ ਹਾਰ ਨਹੀਂ ਮੰਨਣਗੇ। ਬ੍ਰਿਟੇਨ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀ ਵਿਵੇਕ ਗੌਰਵ ਨੇ ਇੰਗਲੈਂਡ ਵਿੱਚ ਸਫਾਈ ਨੂੰ ਲੈ ਕੇ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ। ਇਸ ਰੁਝਾਨ ਦਾ ਨਾਮ ਹੈ ਪਲੱਗਿੰਗ। ਬ੍ਰਿਟੇਨ ਦੇ ਕਈ ਸ਼ਹਿਰ ਵਿਵੇਕ ਗੌਰਵ ਦੇ ਇਸ ਟ੍ਰੈਂਡ ਨੂੰ ਫੋਲੋ ਕਰ ਰਹੇ ਨੇ, ਜਿਸ ਵਿੱਚ ਜੌਗਿੰਗ ਕਰਦੇ ਹੋਏ ਕੂੜਾ ਇਕੱਠਾ ਕੀਤਾ ਜਾ ਰਿਹਾ। ਅਸਲ ਵਿੱਚ ਵਿਵੇਕ ਪੁਣੇ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਵਿਵੇਕ ਦੇ ਇਸ ਕੰਮ ਦੀ ਬ੍ਰਿਟੇਨ ਵਿੱਚ ਕਾਫੀ ਤਾਰੀਫ ਹੋ ਰਹੀ ਹੈ। ਵਿਵੇਕ ਨੇ ਸਵੀਡਿਸ਼ ਧਾਰਨਾ ਤੋਂ ਪ੍ਰੇਰਿਤ ਹੋ ਕੇ ਪਲੱਗਿੰਗ ਸ਼ੁਰੂ ਕੀਤੀ। ਸੰਕਲਪ ਵਿੱਚ ਲੋਕਾਂ ਨੂੰ ਆਪਣੀਆਂ ਸਥਾਨਕ ਗਲੀਆਂ ਨੂੰ ਸਾਫ਼ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਜੌਗਿੰਗ ਅਤੇ ਪਿਕਅਪ ਦੇ ਤੱਤ ਸਨ। ਅਜਿਹਾ ਨਹੀਂ ਹੈ ਕਿ ਵਿਵੇਕ ਨੇ ਪਲੱਗਿੰਗ ਨੂੰ ਕੇਵਲ ਇੰਗਲੈਂਡ ਵਿੱਚ ਹੀ ਮਸ਼ਹੂਰ ਕੀਤਾ, ਸਗੋਂ ਉਹ ਭਾਰਤ ਵਿੱਚ ਵੀ ਇਸ ਨਾਮ ਨਾਲ ਇੱਕ ਗਰੁੱਪ ਚਲਾ ਰਿਹਾ। ਇਸ ਗਰੁੱਪ ਦਾ ਨਾਮ ਪੁਣੇ ਪਲੱਗਰ ਹੈ ਅਤੇ ਇਸ ਵਿੱਚ 10,000 ਤੋਂ ਵੱਧ ਲੋਕ ਸ਼ਾਮਲ ਨੇ। ਇਸ ਗਰੁੱਪ ਦੇ ਲੋਕਾਂ ਨੇ 10 ਲੱਖ ਕਿਲੋ ਤੋਂ ਵੱਧ ਕੂੜਾ ਇਕੱਠਾ ਕੀਤਾ। ਵਿਵੇਕ ਗੁਰਵ ਦੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਹਨਾਂ ਨੇ ਪਲੱਗਿੰਗ ਬਾਰੇ ਦੱਸਿਆ ਹੈ, ਉਦੋਂ ਤੋਂ 180 ਦੇਸ਼ਾਂ ਦੇ ਵਲੰਟੀਅਰ ਇਸ ਨਾਲ ਜੁੜ ਚੁੱਕੇ ਨੇ। ਇਹਨਾਂ ਲੋਕਾਂ ਨੇ 120 ਪਲੱਗਿੰਗ ਮਿਸ਼ਨਾਂ ਤਹਿਤ 420 ਮੀਲ ਦੀ ਦੂਰੀ ਤੈਅ ਕੀਤੀ। ਹੁਣ ਇਸ ਮੁਹਿੰਮ ਨੇ ਇੰਗਲੈਂਡ ਦੇ 30 ਸ਼ਹਿਰਾਂ ਵਿੱਚ ਲਿਜਾਇਆ ਜਾਏਗਾ। ਇਸ ਮਾਮਲੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੈਂ ਬ੍ਰਿਸਟਲ ਸ਼ਹਿਰ 'ਚ ਹੀ ਪਲੱਗਿੰਗ ਕੀਤੀ, ਪਰ ਲੋਕ ਮੈਨੂੰ ਮੈਨਚੈਸਟਰ, ਲੀਡਸ, ਡਰਬੀ 'ਚ ਵੀ ਪਲੱਗਿੰਗ ਕਰਨ ਦੇ ਲਈ ਕਹਿੰਦੇ ਨੇ। ਏਅਰ ਇੰਡੀਆ 500 ਨਵੇਂ ਜਹਾਜ਼ ਖਰੀਦਣ ਦੀ ਤਿਆਰੀ 'ਚ। ਟਾਟਾ ਗਰੁੱਪ ਵੱਲੋਂ ਏਅਰਬਸ ਅਤੇ ਬੋਇੰਗ ਤੋਂ ਕਰੀਬ 100 ਅਰਬ ਡਾਲਰ ਖਰਚ ਕਰਕੇ ਇਹ ਜਹਾਜ਼ ਖਰੀਦੇ ਜਾਣ ਦੀ ਸੰਭਾਵਨਾ ਹੈ। ਆਉਂਦੇ ਦਿਨਾਂ 'ਚ ਸੌਦਾ ਹੋਣ ਦੀ ਸੰਭਾਵਨਾ ਹੈ। ਉਂਝ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ, ਏਅਰਬਸ ਅਤੇ ਬੋਇੰਗ ਨੇ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ।
ਕੌਮਾਂਤਰੀ ਪੁਲਾੜ ਸਟੇਸ਼ਨ ਹੁਣ ਇੱਕੋ ਇੱਕ ਅਜਿਹੀ ਥਾਂ ਨਹੀਂ ਰਹਿ ਜਾਵੇਗੀ ਜਿਸ ਵਿੱਚ ਮਨੁੱਖ ਪੰਧ 'ਚ ਰਹਿ ਸਕਦੇ ਨੇ। ਇਸ ਸਾਲ 29 ਨਵੰਬਰ ਨੂੰ ਚੀਨ ਦੀ ਗੋਬੀ ਡੈਜ਼ਰਟ ਨਾਂ ਦੀ ਥਾਂ ਤੇ ਸੇਂਜੂ 15 ਮਿਸ਼ਨ ਸ਼ੁਰੂ ਹੋਇਆ, ਜਿਸ ਦੇ ਰਾਹੀਂ 3 ਪੁਲਾੜ ਯਾਤਰੀ ਪੁਲਾੜ ਲਈ ਰਵਾਨਾ ਹੋਏ ਸਨ। 6 ਘੰਟੇ ਬਾਅਦ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਗਏ। ਚੀਨ ਨੇ ਹੁਣੇ ਜਿਹੇ ਆਪਣਾ ਪੁਲਾੜ ਸਟੇਸ਼ਨ ਤਿਆਰ ਕੀਤਾ, ਜਿਸ ਦਾ ਨਾਂ ਤਿਆਂਗੋਂਗ ਹੈ। ਮੰਦਰਾਨਨ ਭਾਸ਼ਾ 'ਚ ਤਿਆਂਗੋਂਗ ਤੋਂ ਭਾਵ ਸਵਰਗ ਦਾ ਮਹਲ ਹੁੰਦਾ ਹੈ। ਇਸ ਮਿਸ਼ਨ ਤਹਿਤ ਪੁਲਾੜ 'ਚ ਗਏ 3 ਯਾਤਰੀ ਉੱਥੇ ਪਹਿਲਾਂ ਤੋਂ ਮੌਜੂਦ ਪਾਰਟੀ ਦੀ ਜਗ੍ਹਾ ਲੈਣਗੇ, ਜਿਸ ਨੇ ਸਟੇਸ਼ਨ ਦੇ ਨਿਰਮਾਣ 'ਚ ਮਦਦ ਕੀਤੀ ਹੈ। ਇਸ ਸਫਲਤਾ ਦੇ ਨਾਲ ਅਮਰੀਕਾ ਤੇ ਰੂਸ ਵਰਗੀਆਂ ਦੁਨੀਆ ਦੀਆਂ 2 ਚੋਟੀ ਦੀਆਂ ਪੁਲਾੜ ਸ਼ਕਤੀਆਂ ਵਿਚਕਾਰ ਚੀਨ ਦੀ ਸਥਿਤੀ ਮਜ਼ਬੂਤ ਹੋਏਗੀ। 53 ਬੱਚਿਆਂ ਦੇ ਪਿਤਾ ਪਾਕਿਸਤਾਨ ਦੇ ਅਬਦੁਲ ਮਜੀਦ ਦੀ ਬੁੱਧਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ। ਨੌਸਕੀ ਜ਼ਿਲ੍ਹੇ ਦੇ ਰਹਿਣ ਵਾਲੇ 75 ਸਾਲਾ ਅਬਦੁਲ ਟਰੱਕ ਡਰਾਈਵਰ ਸਨ। ਉਹਨਾਂ ਦੇ ਬੇਟੇ ਸ਼ਾਹ ਵਲੀ ਨੇ ਦੱਸਿਆ ਕਿ ਅਬਦੁਲ ਮੌਤ ਤੋਂ 5 ਦਿਨ ਪਹਿਲਾਂ ਤੱਕ ਟਰੱਕ ਚਲਾ ਰਹੇ ਸਨ। ਵਲੀ ਨੇ ਕਿਹਾ, ਸਾਡੇ ਚੋਂ ਕਈ ਪੜ੍ਹੇ ਲਿਖੇ ਨੇ ਪਰ ਰੁਜ਼ਗਾਰ ਨਹੀਂ ਮਿਲਿਆ, ਇਸ ਲਈ ਅਸੀਂ ਪਿਤਾ ਦਾ ਸਹੀ ਢੰਗ ਨਾਲ ਇਲਾਜ ਵੀ ਨਹੀਂ ਕਰਵਾ ਸਕੇ। ਹੜ੍ਹ ਨਾਲ ਘਰ ਵੀ ਤਬਾਹ ਹੋ ਗਿਆ ਸੀ। ਜ਼ਿੰਦਗੀ ਭਰ ਟਰੱਕ ਚਲਾਉਣ ਵਾਲੇ ਅਬਦੁਲ ਮਹੀਨੇ ਦੇ 15 ਤੋਂ 25 ਹਜ਼ਾਰ ਪਾਕਿਸਤਾਨੀ ਰੁਪਏ ਕਮਾਉਂਦੇ ਸਨ। ਉਹਨਾਂ ਨੇ ਸਭ ਤੋਂ ਵੱਡੇ ਬੇਟੇ ਅਬਦੁਲ ਵਲੀ 37 ਸਾਲਾਂ ਦੇ ਨੇ ਅਤੇ ਪਿਤਾ ਵਾਂਗ ਟਰੱਕ ਚਲਾਉਂਦੇ ਨੇ। ਅਬਦੁਲ ਮਜੀਦ ਨੇ ਪਹਿਲਾ ਵਿਆਹ 18 ਸਾਲ ਦੀ ਉਮਰ 'ਚ ਕੀਤਾ ਸੀ। ਅਬਦੁਲ ਮਜੀਦ ਨੇ ਕੁੱਲ 6 ਵਿਆਹ ਕੀਤੇ ਸਨ। ਇਹਨਾਂ 'ਚੋਂ 2 ਪਤਨੀਆਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਮਜੀਦ ਦੇ 54 ਬੱਚਿਆਂ 'ਚੋਂ 12 ਬੱਚੇ ਵੀ ਉਹਨਾਂ ਦੇ ਜ਼ਿੰਦਾ ਰਹਿੰਦੇ ਹੀ ਅਕਾਲ ਚਲਾਣਾ ਕਰ ਗਏ ਸਨ, ਜਦਕਿ 42 ਬੱਚੇ ਜਿਉਂਦੇ ਨੇ, ਜਿਨ੍ਹਾਂ 'ਚੋਂ 22 ਬੇਟੇ ਅਤੇ 20 ਬੇਟੀਆਂ ਨੇ। ਮਜੀਦ ਦੇ ਬੇਟੇ ਸ਼ਾਹ ਵਲੀ ਨੇ ਦੱਸਿਆ ਕਿ 54 ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ, ਪਰ ਸਾਡੇ ਪਿਤਾ ਨੇ ਸਾਰੀ ਉਮਰ ਸਖਤ ਮਿਹਨਤ ਕੀਤੀ। ਬੁਢਾਪੇ ਦੇ ਬਾਵਜੂਦ ਉਹ ਆਪਣੀ ਮੌਤ ਤੋਂ 5 ਦਿਨ ਪਹਿਲਾਂ ਤੱਕ ਪਰਿਵਾਰ ਦੇ ਲਈ ਰੋਜ਼ੀ ਰੋਟੀ ਖਾਤਰ ਟਰੱਕ ਚਲਾਉਂਦੇ ਰਹੇ। ਕੋਰੋਨਾ ਵਾਇਰਸ ਨੇ ਇੱਕ ਵਾਰ ਫੇਰ ਚੀਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਸਾਰੇ ਚੀਨ ਵਿੱਚ ਮੈਡੀਕਲ ਸਪਲਾਈ ਠੱਪ ਹੋ ਗਈ ਹੈ। ਦਵਾਈਆਂ ਦੀਆਂ ਦੁਕਾਨਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਕੋਵਿਡ ਮਾਮਲਿਆਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਜਿਨਪਿੰਗ ਦੀ ਸਰਕਾਰ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੀਨ ਵਿੱਚ ਲਾਕਡਾਊਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸਰਕਾਰ ਨੇ ਹਾਲ ਹੀ ਵਿੱਚ ਜ਼ੀਰੋ ਕੋਵਿਡ ਨਿਯਮਾਂ 'ਚ ਢਿੱਲ ਦਿੱਤੀ ਹੈ। ਜਿਨਪਿੰਗ ਸਰਕਾਰ ਹੁਣ ਕੋਵਿਡ ਕੇਅਰ ਸੈਂਟਰਾਂ ਦੀ ਗਿਣਤੀ ਵਧਾ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲਾਂ ਦੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਸਾਰਨ ਨੂੰ ਰੋਕਣ ਦੇ ਲਈ ਦ੍ਰਿੜ ਨੇ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹੁਣ ਸਰਕਾਰ ਲਾਕਡਾਊਨ ਜਾਂ ਕੁਆਰੰਟਾਈਨ ਵਰਗੇ ਸਖਤ ਨਿਯਮ ਲਾਗੂ ਨਹੀਂ ਕਰੇਗੀ। ਸਰਕਾਰ ਹੁਣ ਕੋਵਿਡ ਜ਼ੀਰੋ ਨੀਤੀ ਦੇ ਸਖਤ ਨਿਯਮਾਂ ਜਿਵੇਂ ਲਾਕਡਾਊਨ, ਕੁਆਰੰਟਾਈਨ ਜਾਂ ਯਾਤਰਾ ਤੇ ਪਾਬੰਦੀ ਦੀ ਬਜਾਏ ਹੋਰ ਤਰੀਕਿਆਂ ਰਾਹੀਂ ਕੋਰੋਨਾ ਤੇ ਲਗਾਮ ਲਗਾਏਗੀ। ਸਰਕਾਰ ਨੇ ਇਸ ਲਈ ਰਣਨੀਤੀ ਤਿਆਰ ਕਰ ਲਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵੀਰਵਾਰ ਨੂੰ ਸਰਕਾਰ ਨੇ ਇੱਕ ਕੈਬਨਿਟ ਮੀਟਿੰਗ ਕੀਤੀ, ਜਿਸ ਵਿੱਚ ਕੋਵਿਡ ਦੇ ਨਾਲ ਨਜਿੱਠਣ ਦੇ ਲਈ ਹਸਪਤਾਲਾਂ ਦੀ ਨਿਗਰਾਨੀ ਰਣਨੀਤੀ ਤਿਆਰ ਕੀਤੀ ਗਈ। ਹਸਪਤਾਲਾਂ ਵਿੱਚ ਲੋੜੀਂਦੇ ਸਟਾਫ ਦੇ ਨਾਲ-ਨਾਲ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਸਾਰੇ ਚੀਨ ਵਿੱਚ ਮੈਡੀਕਲ ਸਪਲਾਈ ਠੱਪ ਹੋ ਗਈ ਹੈ। ਦਵਾਈਆਂ ਦੀਆਂ ਦੁਕਾਨਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਹਾਲਾਤ ਇੰਨੇ ਮਾੜੇ ਨੇ ਕਿ ਲੋਕਾਂ ਨੂੰ ਦਵਾਈਆਂ ਅਤੇ ਹੋਰ ਮੈਡੀਕਲ ਉਪਕਰਨਾਂ ਲਈ ਘਰ-ਘਰ ਭਟਕਣਾ ਪੈਂਦਾ ਹੈ। ਜਿੱਥੇ ਸਮਾਨ ਮਿਲਦਾ ਹੈ, ਉੱਥੇ ਕੀਮਤਾਂ ਆਮ ਨਾਲੋਂ ਕਈ ਗੁਣਾ ਵੱਧ ਨੇ। ਇਸ ਕਮੀ ਨੂੰ ਦੂਰ ਕਰਨ ਦੇ ਲਈ ਕੋਵਿਡ ਪਾਬੰਦੀਆਂ ਨੂੰ ਨਰਮ ਕਰਨ ਦਾ ਐਲਾਨ ਕੀਤਾ ਗਿਆ। ਦਵਾਈਆਂ ਦੀ ਅਚਾਨਕ ਕਮੀ ਦੇ ਪਿੱਛੇ 2 ਮੁੱਖ ਕਾਰਨ ਨੇ। ਪਹਿਲਾ ਇਹ ਕਿ ਚੀਨ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਕੇਸਾਂ ਦੇ ਵਧਣ ਕਾਰਨ ਦਵਾਈਆਂ ਦੀ ਮੰਗ ਵੱਧ ਗਈ ਹੈ। ਦੂਜੇ ਪਾਸੇ ਦੂਜਾ ਕਾਰਨ ਲਾਕਡਾਊਨ ਦੇ ਵਿੱਚ ਢਿੱਲ ਹੈ। ਪਹਿਲਾਂ ਲੋਕ ਘਰਾਂ ਵਿੱਚ ਬੰਦ ਸੀ ਅਤੇ ਖਰੀਦਦਾਰੀ ਵੀ ਕਰ ਰਹੇ ਸੀ, ਪਰ ਜਿਵੇਂ ਲਾਕਡਾਊਨ ਦੀ ਢਿੱਲ ਦਿੱਤੀ ਗਈ, ਭੀੜ ਬਾਹਰ ਆਉਣ ਲੱਗੀ। ਲੋਕ ਆਪਣੀ ਸੁਰੱਖਿਆ ਦੇ ਲਈ ਪਹਿਲਾਂ ਹੀ ਦਵਾਈਆਂ ਖਰੀਦ ਰਹੇ ਨੇ। ਮੰਗ ਵਿੱਚ ਅਚਾਨਕ ਵਾਧੇ ਨੇ ਵੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਗੁਲਾਬੀ ਠੰਡ ਹੁਣ ਖਤਮ ਹੋ ਚੁੱਕੀ ਹੈ ਅਤੇ ਕੜਾਕੇ ਦੀ ਠੰਡ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਉੱਚਮ ਗੜਬੜੀ ਦੇ ਪ੍ਰਭਾਵ ਕਾਰਨ ਪਹਾੜਾਂ ਤੇ ਹੋ ਰਹੀ ਬਰਫ਼ਬਾਰੀ ਦੀ ਠੰਡਕ ਜਲਦੀ ਹੀ ਪੂਰੇ ਉੱਤਰ ਭਾਰਤ ਵਿੱਚ ਮਹਿਸੂਸ ਕੀਤੀ ਜਾਏਗੀ। ਦਿੱਲੀ NCR ਵਿੱਚ ਨਹੀਂ, ਸਗੋਂ ਹਰਿਆਣਾ, ਪੰਜਾਬ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼
ਔਰ ਗੁਜਰਾਤ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਵੀ 2-3 ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 'ਚ 3 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਨਵੰਬਰ ਤੋਂ ਬਾਅਦ ਦਸੰਬਰ ਦੇ ਪਹਿਲੇ 15 ਦਿਨ ਵੀ ਪੂਰੀ ਤਰ੍ਹਾਂ ਖੁਸ਼ਕ ਹੀ ਨਿਕਲਣ ਵਾਲੇ ਨੇ। ਪੂਰੇ ਦਸੰਬਰ ਦੇ ਦੂਜੇ ਅੱਧ ਵਿੱਚ ਸਥਿਤੀ ਥੋੜੀ ਬਦਲ ਜਾਏਗੀ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਜੰਮੂ ਕਸ਼ਮੀਰ ਅਤੇ ਲੇਹ ਲਦਾਖ ਦੇ ਪਹਾੜਾਂ ਵਿੱਚ ਬਰਫ਼ਬਾਰੀ ਹੋਈ ਹੈ। 13 ਤੇ 14 ਤਰੀਕ ਨੂੰ ਇੱਕ ਹੋਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਇਹਨਾਂ ਸਾਰੀਆਂ ਥਾਵਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਸਿੱਧਾ ਪੰਜਾਬ ਤੇ ਹੋਣ ਦੀ ਵੀ ਸੰਭਾਵਨਾ ਹੋ ਸਕਦੀ ਹੈ। ਅਜਿਹੇ ਵਿੱਚ ਅਗਲੇ 2-3 ਦਿਨਾਂ ਵਿੱਚ ਹਵਾ ਦੀ ਦਿਸ਼ਾ ਬਦਲਣ ਦੇ ਨਾਲ ਉੱਤਰ ਪੱਛਮੀ ਹਵਾ ਦੇ ਨਾਲ ਇਸ ਬਰਫ਼ਬਾਰੀ ਦਾ ਅਸਰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਗੁਜਰਾਤ ਅਤੇ ਪੱਛਮੀ ਮੱਧ ਪ੍ਰਦੇਸ਼ ਤੱਕ ਪਹੁੰਚ ਜਾਏਗਾ। ਮੌਸਮ ਵਿਗਿਆਨੀਆਂ ਦੇ ਮੁਤਾਬਕ ਫਿਲਹਾਲ ਘੱਟੋ-ਘੱਟ ਤਾਪਮਾਨ ਵਿੱਚ ਕਮੀ ਆਏਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।